ਬਰੀਡਰ ਦੀਆਂ ਨਿਸ਼ਾਨੀਆਂ ਮੇਨ ਹੈ ਨਿਸ਼ਾਨੀਆਂ ਜਨਾਬ ਬਰੀਡਰ ਦਾ ਨੱਕ ਹੋਣਾ ਚਾਹੀਦਾ। ਠੀਕ ਹੈ, ਇਹ ਚੀਜ਼ ਹੈ ਜਿਹੜਾ ਨੱਕ ਹੈ ਬਰੀਡਰ ਦਾ ਇਹ ਬੜਾ ਹੋਣਾ ਚਾਹੀਦਾ ਪੂਰਾ ਸਾਈਜ਼ ਵਿੱਚ ਗੋਲ। ਉਸ ਤੋਂ ਬਾਅਦ ਇਹ ਝਾਲਰ ਹੋਣੀ ਚਾਹੀਦੀ ਹੈ। ਠੀਕ ਹੈ, ਕੰਨ ਇਸਨੇ ਪੂਰੇ ਲੰਬੇ ਹੋਣੇ ਚਾਹੀਦੇ, ਸਿੰਘ ਪਿੱਛੇ ਬੈਠਵੇਂ ਹੋਣੇ ਚਾਹੀਦੇ ਨੇ। ठीक है, तो बाकी पुछल छोटी होनी चाहिए और पीछे बाल होने चाहिए। अस्सलाम वालेकुम। वालेकुम अस्सलाम। सर की हाल है, ठीक हो? अल्हम्दुलिल्लाह ठीक ठाक। जनाब दा की नाम है? सेठ आमिर शहजाद। सेठ साहब किस इलाके तो तलक है? चक नंबर 66 शुमाली तहसील व जिला सरगोदा। वकास साहब दा भी तारफ करवा दो दोस्तों। ये साडे भाई ने राजा मोहम्मद वकास मीरपुर तो तलक है भाई दा। सर सब तो पहले जनाब का शुक्रिया अदा करना कि तुसी अपने फार्म ते इनवाइट किया है, तो माजरत भी चाहना कि माशाल्लाह तकरीबन साल ही हो गया है कि आपस च तलक चलता है, लेकिन टाइम मैनेज नहीं सी हो रहा। बिल्कुल इस तरह है माशाल्लाह जी। जड़ी ब्रीड जनाब को मौजूद है, सब तो पहले अधी वजाहत करनी है कि केड़ी ब्रीड है, तो माशाल्लाह किन्ने अरसे तो है जड़ी ब्रीड है तुहाडे कोल चलदी आ रही है? सर इनू बलवाल ब्रीड भी कहते हैं, सरगोदा ब्रीड भी कहते हैं, कश्मीर वाले एरिए इनू पठवारी ब्रीड कहते हैं। ठीक है, अल्हम्दुलिल्लाह साढ़े कोल चौथी पीढ़ी तो नस्ल चल रही है। साढ़े बाबा जी ने रखी सी सेठ मोहम्मद हयात, उस तो बाद साढ़े वालिद साहब ने सेठ हाजी मोहम्मद नवाज, चाचा अला बख्श कलस, उस तो बाद अल्हम्दुलिल्लाह हुणे साढ़े कोल है। सर जी माशाल्लाह जड़ी ब्रीड तुहाडे कोल मौजूद है माशाल्लाह जी, तुसी 4 नस्लों तो यह ब्रीड चलती आ रही है जी। ਇਹ ਵਿਕਾਸ ਭਾਈ ਨਾਲ ਜਿਹੜਾ ਤੁਹਾਡਾ ਰਿਲੇਸ਼ਨ ਬਣਿਆ ਬਰੀਡ ਦੇ ਸਿਲਸਿਲੇ 'ਚ ਥੋੜੀ ਉਹਦੀ ਵੀ ਵਜ਼ਾਹਤ ਕਰਨੀ ਹੈ ਤਾਂ ਕਿ ਜਿਹੜੇ ਵੇਖਣ ਵਾਲੇ ਦੋਸਤ ਨੇ ਉਹਨਾਂ ਨੂੰ ਵੀ ਪਤਾ ਚੱਲ ਜੇ ਕਿ ਇਹ ਜਿਹੜੀ ਬਰੀਡ ਹੈ ਕਿੰਨੀ ਅਹਿਮ ਹੈ। ਇਹ ਅਲਹਮਦੁਲਿल्लाह ਵਿਕਾਸ ਭਾਈ ਦਾ ਤਲਕ ਹੈ ਜੀ ਮੀਰਪੁਰ ਤੋਂ, ਤੇ ਇਹਨਾਂ ਨੂੰ ਵੀ ਇਸ ਬਰੀਡ ਦਾ ਬਹੁਤ ਸ਼ੌਕ ਹੈ, ਤੇ ਇਸ ਬਰੀਡ ਦੇ ਹਵਾਲੇ ਨਾਲ ਹੀ ਸਾਡਾ ਤੇ ਇਹਨਾਂ ਦਾ ਤਲਕ ਬਣਿਆ। ਤੇ ਇਹਨਾਂ ਕੋਲ ਵੀ ਇਸ ਦੇ ਨਾਲ ਦੇ ਬੇਸ਼ੁਮਾਰ ਜਾਨਵਰ ਸਾਡੇ ਘਰ ਦੇ ਮੌਜੂਦ ਨੇ। ਇਹਨਾਂ ਕੋਲ ਇਹਨਾਂ ਦੇ ਜਿਹੜੇ ਬਹੁਤ ਹੀ ਕਰੀਬੀ ਦੋਸਤ ਸਨ ਡਾਕਟਰ ਤਾਜ ਆਫ ਕਾਲਾ ਡੱਬ, जिन्हों की पिछले महीने डेथ हो गई। माशाल्लाह बकरियां दे बेताज बादशाह ते मीरपुर कश्मीर एक नाम से ये उन्हों की वसातत नाल साडे कोल आए ने, ते इन्हां कोल साडे कोल उत्थे मीरपुर भी बेशुमार जानवर मौजूद ने इस ब्रीड के। डॉक्टर ताज साहब के घर साडी ब्रीड है, राजा वकास साहब के घर साडी ब्रीड है। ये समझो कि राजा वकास सेठ आमिर शहजाद ये पूरा सिस्टम एक ही है। जिंदाबाद जी अल्हम्दुलिल्लाह। सेठ साहब माशाल्लाह जी काफ़ी अच्छी इन्फॉर्मेशन दे रहे हो दोस्तों ਨੂੰ। ਇਹ ਦੱਸਣਾ ਹੈ ਜਿਹੜਾ ਬੱਕਰੀਆਂ ਦਾ ਕੰਮ ਹੈ ਜੀ ਇਹ ਕਿਹਦਾ ਹੈ, ਤੇ ਮਾਸ਼ਾਅੱਲਾ ਤੁਹਾਡੇ ਕੋਲ ਟੋਟਲ ਕਿੰਨੇ ਜਾਨਵਰ ਨੇ ਕਿ ਇਹਨਾਂ ਤੋਂ ਮਹਾਨਾ ਜਾਂ ਸਾਲਾਨਾ ਕਿੰਨੀ ਕਰਨੀ ਹੋ ਸਕਦੀ ਹੈ? ਅਲਹਮਦੁਲਿल्लाह ਸਾਡੇ ਕੋਲ ਇਸ ਟਾਈਮ ਜਾਨਵਰ ਤਕਰੀਬਨ ਮੌਜੂਦ ਹੈ 50 ਤੋਂ 60 ਦੇ ਲਗਭਗ ਜਾਨਵਰ ਮੌਜੂਦ ਹੈ। ਤੇ ਸਾਡੀ ਹਰ ਬੰਦੇ ਨੂੰ ਇਹ ਹੈ ਕਿ ਅਗਰ ਤੇ ਤੁਸੀਂ ਸੁਨਨਤ ਸਮਝ ਕੇ ਕਰੋਗੇ ਨਾ ਕੰਮ ਤੇ ਬਹੁਤ ਬਰਕਤ ਹੈ, ਤੇ ਅੱਲਾਹ ਪਾਕ ਇਸ ਵਿੱਚੋਂ ਬੇਸ਼ੁਮਾਰ ਰਿਜ਼ਕ ਦੇ ਰਿਹਾ ਅਗਰ ਹਲਾਲ ਕਰਕੇ ਲਾਓਗੇ ਤੇ ਬਰੀਡ ਤੁਹਾਡੇ ਸਾਹਮਣੇ ਜਾਨਵਰ ਤੁਸੀਂ ਦੇਖ ਰਹੇ ਹੋ ਜਿੰਨੇ ਮਾਸ਼ਾਅੱਲਾ ਤਕਰੀਬਨ 50-60 ਜਾਨਵਰ ਸਾਡੇ ਕੋਲ ਮੌਜੂਦ ਹੈ। ਸੇਠ ਸਾਹਿਬ ਜਿੰਨੇ ਜਾਨਵਰ ਤੁਹਾਡੇ ਕੋਲ ਮੌਜੂਦ ਨੇ ਇਹਨਾਂ ਤੋਂ ਜਿਹੜਾ ਅਰਨਿੰਗ ਦਾ ਜ਼ਰੀਆ ਹੈ ਉਹ ਕੀ ਜ਼ਰੀਆ ਹੈ, ਕਿਸ ਤਰੀਕੇ ਨਾਲ ਤੁਸੀਂ ਅਰਨਿੰਗ ਕਰ ਸਕਦੇ ਹੋ ਤੇ ਕਿੰਨੀ ਕਰ ਸਕਦੇ ਹੋ? ਸਰ ਅਸਲ ਸਾਡਾ ਜ਼ਿਆਦਾ ਤੱਕ ਹੈ ਬਰੀਡਿੰਗ ਵਾਲਾ ਕੰਮ, ਸੇਲ ਅਸੀਂ ਬਹੁਤ ਘੱਟ ਜਾਨਵਰ ਕਰ ਰਹੇ ਹਾਂ। ਅਗਰ ਤੁਸੀਂ ਬਰੀਡਿੰਗ ਕਰਨਾ ਚਾਹੁੰਦੇ ਹੋ ਇਹ ਵਿਕਾਸ ਭਾਈ ਔਰ ਉੱਥੇ ਸੇਲ ਕਰ ਰਹੇ ਨੇ ਜਾਨਵਰ ਮੀਰਪੁਰ ਵਿੱਚ, ਉੱਥੇ 6-6 ਲੱਖ ਤੱਕ ਵੀ ਇੱਕ ਬੱਕਰੀ ਗਈ ਹੈ। ਬਰੀਡਰ ਤੇ ਕੋਈ ਸੇਲ ਵੀ ਨਹੀਂ ਨਾ ਕਰਨਾ ਕਿ ਤੇ ਬੇਸ਼ੁਮਾਰ ਲੋਕ ਐਸੇ ਨੇ ਕਿ ਜਿਹੜੇ ਇਹ ਜਾਨਵਰ ਸੇਲ ਹੀ ਨਹੀਂ ਕਰਦੇ, ਤੇ ਅਸੀਂ ਵੀ ਕਾਫੀ ਦਫਾ ਸੇਲ ਹੀ ਨਹੀਂ ਕਰਦੇ। जी सर बेहतर हो गया, यानी कि ਤੁਹਾਡਾ ਫਿਲਹਾਲ ਜਿਹੜਾ ਫੋਕਸ ਹੈ ਕਿ ਨਸਲ 'ਚ ਇਜ਼ਾਫਾ ਕਰਦੇ ਹੋ। ਨਸਲ 'ਚ ਇਜ਼ਾਫਾ ਕਰਨਾ ਠੀਕ ਹੈ। ਅਸੀਂ ਕਹਿੰਦੇ ਆ ਕਿ ਸਾਡੇ ਕੋਲ ਅਗਰ ਕੋਈ ਬਰੀਡਿੰਗ ਕਰਨ ਕੋਈ ਬੱਕਰੀ ਲੈ ਕੇ ਆ ਜਾਏ ਉਹਦੇ ਕਾਰਨ ਸਾਡੇ ਬਰੀਡਰ ਹਾਜ਼ਰ ਨੇ, ਨੋ ਪ੍ਰੋਬਲਮ। ਸਾਡਾ ਮੇਨ ਸ਼ੌਕ ਹੈ ਕਿ ਲੋਕਾਂ ਨੂੰ ਨਾ ਇਸ ਕੰਮ ਵੱਲ ਆਉਣਾ ਚਾਹੀਦਾ। ਸੇਠ ਸਾਹਿਬ ਹਰ ਇੱਕ ਨਸਲ ਦੀ ਆਪਣੀ ਵੈਲਿਊ ਹੋਵੇ, ਉਹਦੀ ਆਪਣੀ ਪਛਾਣ ਹੈ, ਉਹਦੀ ਆਪਣੀ ਕੀਮਤ ਹੈ। ਬਿਲਕੁਲ ਜਿਹੜੀ ਨਸਲ ਜਨਾਬ ਕੋਲ ਮੌਜੂਦ ਹੈ ਨਾ ਸਿਰਫ ਤੁਹਾਡੇ ਕੋਲ ਹੈ ਬਲਕਿ ਦੋਸਤ ਤੁਹਾਡੇ ਕੋਲ ਕਸ਼ਮੀਰ ਤੱਕ ਲੈ ਕੇ ਗਏ ਨੇ। ਅਦਾ ਜਿਹੜਾ ਬੱਚਾ ਹੈ ਜਾਂ ਜਿਹੜੀ ਪੱਠ ਹੈ ਜਾਂ ਜਿਹੜਾ ਬਰੀਡਰ ਹੈ ਉਹਦਾ ਕੀ ਰੇਟ ਚੱਲਦਾ ਪਿਆ? ਸਰ ਬਰੀਡਰ ਬੱਚੇ ਦਾ ਰੇਟ ਚੱਲ ਰਿਹਾ ਹੈ ਤਕਰੀਬਨ 50 ਤੋਂ 60 ਹਜ਼ਾਰ ਰੁਪਇਆ ਸਾਡੇ ਕੋਲ ਚੱਲ ਰਿਹਾ, ਲੇਕਿਨ ਅਗਰ ਉੱਪਰ ਵਾਲੀ ਸਾਈਡ ਤੇ ਦੇਖੀਏ ਮੀਰਪੁਰ ਆਜ਼ਾਦ ਕਸ਼ਮੀਰ ਉਧਰ ਲੱਖਾਂ 'ਚ ਗੇਮ ਹੈ, ਲੱਖਾਂ 'ਚ ਜਾਨਵਰ ਸੇਲ ਹੋ ਰਹੇ ਨੇ, 6-6 7-7 ਲੱਖ ਦੀ ਬੱਕਰੀ ਸੇਲ ਹੋ ਰਹੀ। ਬਾਕੀ ਇਸ ਸਵਾਲ ਲੈਣ ਹੋ ਗਿਆ ਚੱਲ ਰਿਹਾ ਜੀ ਸਾਰਾ ਦੀ ਤੁਸੀਂ ਵਜ਼ਾਹਤ ਕਰੋ। ਅੱਛਾ ਬਾਕੀ ਇਹਦੀ ਹੁਣ ਜਿਹੜੀ ਹੈ ਨਾ ਦੂਸਰਾ ਨਿਸ਼ਾਨੀਆਂ ਇਸ ਬਰੀਡ ਦੀਆਂ ਉਹ ਤੁਹਾਨੂੰ ਵਿਕਾਸ ਭਾਈ ਬਿਹਤਰ ਗਾਈਡ ਕਰਨਗੇ। ਠੀਕ ਹੈ ਵਿਕਾਸ ਭਾਈ ਮਾਸ਼ਾਅੱਲਾ ਜੀ ਅੱਛਾ ਤੇ ਵਜ਼ਾਹਤ ਕਰਾਂ ਦਾ ਵਿਕਾਸ ਸਾਹਿਬ ਜਿਹੜਾ ਬਰੀਡਰ ਹੈ ਅੰਨਾ ਨੂੰ ਸ਼ੌਕ ਹੈ ਕਿ ਮੀਰਪੁਰ ਤੋਂ ਖੁਦ ਸਪੈਸ਼ਲ ਇੱਥੇ ਲੈ ਕੇ ਆਏ ਨੇ।
ਇਹ ਜਿਹੜਾ ਸਾਹਮਣੇ ਬਰੀਡਰ ਹੈ ਵਕਾਸ ਸਾਹਿਬ ਮਾਸ਼ਾਅੱਲਾ ਜੀ ਤੁਹਾਡਾ ਵੀ ਕਾਫੀ ਤਜਰਬਾ ਹੈ, ਬੜਾ ਸ਼ੌਕ ਹੈ। ਜਦੋਂ ਬੰਦੇ ਨੂੰ ਸ਼ੌਕ ਹੋਏ ਤੇ ਯਕੀਨਨ ਉਹਨੂੰ ਉਸ ਬਰੀਡ ਦਾ ਉਸ ਕੰਮ ਦਾ ਇਲਮ ਵੀ ਹੁੰਦਾ ਹੈ। ਇਹ ਜਿਹੜੀ ਬਰੀਡ ਦੀਆਂ ਕੋਈ ਨਿਸ਼ਾਨੀਆਂ ਦੱਸਣੀਆਂ ਨੇ, ਖਾਸ ਤੌਰ ਤੇ ਜਿਹੜਾ ਬਰੀਡਰ ਹੈ ਇਹਦਾ ਕੀ ਰੋਲ ਹੈ ਤੇ ਬਰੀਡਰ ਦੀਆਂ ਵੀ ਨਿਸ਼ਾਨੀਆਂ। ਬਰੀਡਰ ਦੀਆਂ ਨਿਸ਼ਾਨੀਆਂ ਮੇਨ ਹੈ ਨਿਸ਼ਾਨੀਆਂ ਜਨਾਬ, ਬਰੀਡਰ ਦਾ ਨੱਕ ਹੋਣਾ ਚਾਹੀਦਾ। ਠੀਕ ਹੈ, ਇਹ ਚੀਜ਼ ਹੈ ਜਿਹੜਾ ਨੱਕ ਹੈ ਬਰੀਡਰ ਦਾ ਇਹ ਬੜਾ ਹੋਣਾ ਚਾਹੀਦਾ, ਪੂਰਾ ਸਾਈਜ਼ ਵਿੱਚ ਗੋਲ। ਉਸ ਤੋਂ ਬਾਅਦ ਇਹ ਝਾਲਰ ਹੋਣੀ ਚਾਹੀਦੀ ਹੈ। ਠੀਕ ਹੈ, ਕੰਨ ਇਸਨੇ ਪੂਰੇ ਲੰਬੇ ਹੋਣੇ ਚਾਹੀਦੇ, ਸਿੰਗ ਪਿੱਛੇ ਬੈਠਵੇਂ ਹੋਣੇ ਚਾਹੀਦੇ ਨੇ। ਠੀਕ ਹੈ, ਤੇ ਬਾਕੀ ਪੁੱਛਲ ਛੋਟੀ ਹੋਣੀ ਚਾਹੀਦੀ ਹੈ, ਪਿੱਛੇ ਬਾਲ ਹੋਣੇ ਚਾਹੀਦੇ। ਕੁਝ ਨਸਲ ਵਿੱਚ ਬਾਲ ਹੈ ਲੇਕਿਨ ਕੁਝ ਨਸਲ ਵਿੱਚ ਬਾਲ ਨਹੀਂ ਹੈ। ਇਹ ਪਿੱਛੇ ਤੇ ਜਿਹੜੀਆਂ ਅੰਡਾਂ ਨੇ ਇਹਨਾਂ ਵਿੱਚ ਥੋੜਾ ਜਿਹਾ ਕ੍ਰਾਸ ਹੋਣਾ। ਅੱਛਾ, ਕ੍ਰਾਸ ਹੋਣਾ, ਇਹ ਚੀਜ਼ ਕ੍ਰਾਸ ਹੋਇਆ ਨਾ, ਤਾਂ ਕ੍ਰਾਸ ਵੇਖੋ ਨਾ ਵਿੱਚ, ਇਹ ਕ੍ਰਾਸ ਬਰੀਡ ਨਹੀਂ ਬੜੀ ਮੇਨ ਨਿਸ਼ਾਨੀ ਹੈ ਇਸਦੀ। ਠੀਕ ਹੈ, ਇਹ ਹੋ ਗਈ ਹੈ ਜਿਹੜਾ ਬਰੀਡਰ ਹੈ ਉਹਦੀਆਂ ਨਿਸ਼ਾਨੀਆਂ। ਇਸ ਤੋਂ ਇਲਾਵਾ ਜਿਹੜੀਆਂ ਬੱਕਰੀਆਂ ਨੇ, ਜਿਹੜੇ ਦੋਸਤ ਇਸ ਬਰੀਡ ਦੀ ਚੰਗੀ ਬੱਕਰੀ ਲੈਣਾ ਚਾਹੁੰਦੇ ਨੇ, ਉਹ ਆਮਰ ਸਾਹਿਬ ਤੁਸੀਂ ਵਜ਼ਾਹਤ ਕਰ ਦਿਓ। ਜਿਹੜੇ ਇਸ ਬਰੀਡ ਦੀ ਚੰਗੀ ਬੱਕਰੀ ਲੈਣਾ ਜੀ। ਚਾਹੁੰਦੇ ਨੇ ਉਹਦਾ ਵੀ ਕੁਆਲਿਟੀ ਤਾਂ ਇਹ ਹੈ ਕਿ ਨੱਕ ਅੱਛਾ ਹੋਣਾ ਚਾਹੀਦਾ, ਬਾਕੀ ਝਾਲਰ ਪੂੰਛ ਛੋਟੀ ਹੋਣੀ ਚਾਹੀਦੀ, ਬਾਕੀ ਖੂਬਸੂਰਤੀ ਜਿਹੜੀ ਹੈ। ਸ਼ੇਰਾ ਕਲਰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ, ਬਾਕੀ ਕੱਕਾ ਸ਼ੇਰਾ ਵੀ ਹੈ, ਤੇਲਾ ਸ਼ੇਰਾ ਤੇ ਲਾਲ ਕਲਰ, ਇਹ 4 ਕਲਰ ਦੇ ਨਮਾਇਆ ਕਲਰ ਨੇ। ਤੇ ਸਾਡੇ ਕੋਲ ਇਹ ਚਾਰੋਂ ਕਲਰ ਮੌਜੂਦ ਨੇ, ਅਗਰ ਤੁਸੀਂ ਕਹਿੰਦੇ ਹੋ ਤਾਂ 1 ਬਾਈ 1 ਜਾਨਵਰ ਦਿਖਾ ਸਕਦੇ ਹਾਂ। ਬਿਲਕੁਲ ਸਰ, ਉਹ ਜ਼ਰਾ ਦੋਸਤਾਂ ਨੂੰ ਵਜ਼ਾਹਤ ਹੋਈਏ ਦੀ ਜਿਹੜੇ ਕਲਰ ਨੇ ਉਹਨਾਂ ਪਹਿਚਾਨ ਹੋਈਏ ਦੀ। ਤੁਸੀਂ 1 ਬਾਈ 1 ਜਿਹੜਾ ਨਾ ਉਹ ਸਾਰੇ ਕਲਰਾਂ ਦੀ ਵਜ਼ਾਹਤ ਕਰ ਦਿਓ। ਇਹ ਜਿਹੜਾ ਕਲਰ ਹੈ ਇਹ ਸਾਹਮਣੇ ਇਹਨੂੰ ਸਰ ਤੁਸੀਂ ਕੀ ਕਹਿੰਦੇ ਹੋ? ਤੇਲਾ ਕਲਰ ਹੈ। ਇਹ ਤੇਲਾ, ਇਹ ਤੇਲਾ ਕਲਰ ਹੋ ਗਿਆ। ਤੇਲਾ ਕਲਰ ਹੋ ਗਿਆ। ਬਲਵਾਲ ਅਸਲ ਬਰੀਡ ਦਾ ਕਲਰ ਇਹ ਤੇਲਾ, ਇਹ ਕਲਰ ਹੈ ਅਸਲ, ਇਹ ਬਰੀਡ ਦਾ ਅਸਲ ਕਲਰ ਹੈ। ਠੀਕ ਹੈ, ਇਹ ਹੋ ਗਿਆ ਜੀ ਕੱਕਾ ਸ਼ੇਰਾ, ਕੱਕਾ ਸ਼ੇਰਾ। ਠੀਕ ਹੋ ਗਿਆ ਜੀ। ਠੀਕ ਹੈ ਜਾਨਵਰ ਤੁਸੀਂ ਤੱਕ ਛੱਡ ਦੇ ਜਾਓ ਜੀ ਸਰ, ਬਿਹਤਰ ਹੋ ਗਿਆ, ਕੱਕਾ ਸ਼ੇਰਾ ਹੋ ਗਿਆ। ਆਮਰ ਸਾਹਿਬ ਇਹ ਕਲਰ ਜੀ, ਇਹ ਫੁੱਲ ਕੱਕਾ ਕਲਰ ਹੋ ਗਿਆ। ਠੀਕ ਹੈ, ਫੁੱਲ ਕੱਕਾ, ਫੁੱਲ ਕੱਕਾ ਕਲਰ। ਠੀਕ ਹੈ। ਠੀਕ ਹੈ, ਇਹ ਜਿਹੜਾ ਸਾਹਮਣੇ ਸੀ ਬਰੀਡਰ ਹੈ ਤੁਹਾਡਾ, ਇਹਨੂੰ ਸ਼ੇਰਾ ਪ੍ਰਿੰਟ ਕਹਿੰਦੇ ਹੋ? ਤੇਲਾ ਸ਼ੇਰਾ, ਤੇਲਾ ਸ਼ੇਰਾ। ਤੇਲਾ ਸ਼ੇਰਾ ਪ੍ਰਿੰਟ। ਠੀਕ ਹੈ, ਲੋ ਜੀ ਦੋਸਤੋ ਚੈੱਕ ਕਰ ਲਓ ਜੀ, ਜਿਹੜੇ ਕਲਰ ਨੇ ਉਹਨਾਂ ਦੀ ਵਜ਼ਾਹਤ ਹੋ ਰਹੀ ਹੈ ਜੀ। ਲਾਲ ਕਲਰ, ਠੀਕ ਹੈ, ਲਾਲ ਕਲਰ, ਇਹ ਲਾਲ ਕਲਰ। ਠੀਕ ਹੋ। और शेरी पाठ भी ले आओ, और दो इरफान पट उठाया। बकास भाई ले आओ ना तो दी बकरी। बकास भाई ओ पठोली तो ले आओ ना, छोटी शेरी है और छोटी। ਅਮਰ ਸਾਹਿਬ ਇਹ ਜਿਹੜਾ ਕਲਰ ਹੈ ਇਹ ਵੀ ਕੱਕਾ ਸ਼ੇੜਾ ਕਲਰ, ਸ਼ੇੜਾ ਕਲਰ ਕਹਿੰਦੇ ਇਹਨੂੰ, ਸ਼ੇੜਾ ਪ੍ਰਿੰਟ। ਠੀਕ, ਸ਼ੇਰਾ ਪ੍ਰਿੰਟ ਜਾਂ ਕੱਕਾ ਸ਼ੇਰਾ। फराज भाई ए जानवर जी माशाल्लाह जी, चेक करो जी। अब पठ दी कितनी उम्र है? ए पठ है तकरीबन 8 महीने की। 8 माह दी। ए चेक करो जी माशाल्लाह, कान दोस्तों चेक कर लो जी माशाल्लाह जी, कलर चेक करो, ए वे क्वालिटी। ਇਹ ਬਰੀਡਰ 11 ਮਾਹ ਦਾ ਜਿਹੜਾ ਤੁਹਾਨੂੰ ਵਿਖਾਇਆ। अच्छा, ए ਜਿਹੜਾ ਤੁਸੀਂ ਉਥੋਂ ਮੀਰਪੁਰ ਤੋਂ ਲੈ ਕੇ ਆਏ ਉਹਦੀ ਉਮਰ ਸਿਰਫ 11 ਮਾਹ। ਮਾਸ਼ਾਅੱਲਾ ਜੀ, ਸਿਹਤ ਉਹਦੀ ਕਾਫੀ। ਬੱਕਰੀਆਂ ਦਾ ਸ਼ੌਕ ਹੈ, ਬਹੁਤ ਜ਼ਿਆਦਾ ਸ਼ੌਕ ਹੈ ਜੀ। ਤੁਸੀਂ ਇਹ ਕਹਿ ਸਕਦੇ ਹੋ ਕਿ ਬੱਕਰੀਆਂ ਦੇ ਬੇਬਹਾ ਸ਼ੌਕੀਨ ਰਾਜਾ ਵਕਾਸ ਸਾਹਿਬ। ਸਰ ਵੇਖੋ ਨਾ, ਮਾਸ਼ਾਅੱਲਾ ਤਕਰੀਬਨ 4 ਘੰਟੇ ਦਾ ਸਫ਼ਰ ਕਰਕੇ ਆਏ ਨੇ ਤੇ ਸ਼ੌਕ ਦੀ ਖਾਤਰ ਹੀ ਆਏ ਨੇ ਨਾ। ਇਹ ਦੇਖ ਚੈੱਕ ਕਰੋ, ਇਹ ਚੈੱਕ ਕਰੋ ਜੀ ਮਾਸ਼ਾਅੱਲਾ। ਇਹ ਸਰ ਪ੍ਰਿੰਟ ਜੀ, ਇਹ ਕਿਹੜਾ ਪ੍ਰਿੰਟ? ਸ਼ੇਰਾ, ਸ਼ੇਰਾ। ਸ਼ੇਰਾ ਪ੍ਰਿੰਟ। ਠੀਕ ਹੈ, ਬਲਵਾਲ ਇਹ ਪ੍ਰਿੰਟ ਬਣਾਇਆ ਸਰ। ਠੀਕ ਹੋ ਗਿਆ। ਇਹ ਬਲਵਾਲ ਪ੍ਰਿੰਟ ਹੈ। ਅੱਛਾ ਆਮਰ ਸਾਹਿਬ ਮਾਸ਼ਾਅੱਲਾ ਜੀ, ਇਹ ਜਿਹੜੀਆਂ ਛੋਟੀਆਂ ਪੱਠਾਂ ਨੇ ਉਹ ਵੀ ਚੈੱਕ ਕਰਾਈਆਂ ਨੇ। ਤੁਹਾਡਾ ਕਾਫੀ ਤਜਰਬਾ ਹੈ ਤੇ ਮਾਸ਼ਾਅੱਲਾ ਕਾਫੀ ਨਸਲਾਂ ਤੋਂ ਤੁਸੀਂ ਇਹ ਕਾਰੋਬਾਰ ਕਰਦੇ ਹੋ ਜੀ ਪਏ। ਅਲਹਮਦੁਲਿਲਾ। ਬੜੇ ਦੋਸਤਾਂ ਨੂੰ ਜਦੋਂ ਦਾ ਸੋਸ਼ਲ ਮੀਡੀਆ ਦਾ ਦੌਰ ਸ਼ੁਰੂ ਹੋਇਆ, ਕਾਫੀ ਦੋਸਤ ਇਹ ਕੰਮ ਕਰਨਾ ਚਾਹੁੰਦੇ ਨੇ। ਜੀ ਬਿਲਕੁਲ। ਪੁੱਛਣਾ ਚਾਹਾਂਦਾ ਇਸ ਕੰਮ 'ਚ ਜਿਹੜਾ ਦੋਸਤ ਕਾਮਯਾਬ ਹੋਣਾ ਚਾਹੁੰਦਾ ਹੈ, ਉਹ ਕਿਹੜੀਆਂ ਚੀਜ਼ਾਂ ਨੇ, ਕਿਹੜੀਆਂ ਗੱਲਾਂ ਨੇ ਜਿਨ੍ਹਾਂ ਤੇ ਫੋਕਸ ਕਰੇ? ਅਫਰਾਜ਼ ਭਾਈ, ਸਾਡਾ ਇਹ ਹੈ ਕਿ ਅਸੀਂ ਕਹਿੰਦੇ ਹਾਂ ਕਿ ਜਿਸ ਬੰਦੇ ਵੀ ਬੱਕਰੀ ਰੱਖਣੀ ਹੈ ਨਾ, ਬੱਕਰੀ ਰੱਖਣੀ ਤੇ ਇੱਕ ਦਫਾ ਰੱਖ ਲੈਵੇ, ਰੱਖੇ ਚੰਗੀ। ਠੀਕ ਹੈ, ਉਸ ਤੋਂ ਇਲਾਵਾ ਬਰੀਡ ਆਪਣੇ ਉਹ ਜਿਸ ਇਲਾਕੇ 'ਚ ਰਹਿ ਰਿਹਾ ਉਸ ਇਲਾਕੇ ਨੂੰ ਪਹਿਲੇ ਸਰਚ ਕਰੇ ਕਿ ਕਿਹੜੀ ਬਰੀਡ ਇੱਥੇ ਕਾਮਯਾਬ ਹੈ, ਕਿਉਂਕਿ ਸਾਡਾ ਏਰੀਆ ਸਾਡੇ ਕੋਲ ਰਾਜਨਪੁਰੀ ਬਰੀਡ ਕਾਮਯਾਬ ਨਹੀਂ ਹੈ। ਠੀਕ ਹੋ ਗਿਆ, ਸਾਡੇ ਕੋਲ ਇਹ ਸਰਗੋਦਾ ਬਰੀਡ ਕਾਮਯਾਬ ਹੈ। ਅਸਲ ਇਹ ਬਲਵਾਲ ਨਸਲ, ਸਰਗੋਦਾ ਨਸਲ, ਠੀਕ ਹੈ, ਜਿਹੜੀ ਹੁਣ ਉੱਥੇ ਕਸ਼ਮੀਰ ਜਾ ਕੇ ਪਠਵਾਰੀ ਬੀਤਲ ਸ਼ੋ ਹੋ ਰਹੀ ਹੈ। ਤੇ ਕਸ਼ਮੀਰ ਪੂਰੇ ਸਾਡੇ ਘਰ ਦੀ ਨਸਲ ਮੌਜੂਦ ਹੈ, ਹਰ ਬੰਦੇ ਕੋਲ ਮੌਜੂਦ ਹੈ ਅਲਹਮਦੁਲਿਲਾ। ਮਾਸ਼ਾਅੱਲਾ ਜੀ ਅਲਹਮਦੁਲਿਲਾ। ਸਰ ਬੜੀ ਅੱਛੀ ਗੱਲ ਹੈ ਕਿ ਜਿਹੜੀ ਨਸਲ ਇਲਾਕੇ 'ਚ ਚੱਲਦੀ ਹੈ, ਲੇਕਿਨ ਮਾਸ਼ਾਅੱਲਾ ਜਿਹੜੀ ਨਸਲ ਤੁਹਾਡੇ ਕੋਲ ਹੈ ਜੀ, ਇਹ ਕਸ਼ਮੀਰ 'ਚ ਵੀ ਚੱਲਦੀ ਹੈ ਵੀ। ਇਸ ਤੋਂ ਇਲਾਵਾ ਜਿਹੜੀ ਗੁਜਰਾਤ 'ਚ ਹੈ ਉਹ ਵੀ ਹੈ, ਸੇਮ ਹੀ ਨਹੀਂ ਕਿ ਉਹ ਡਿਫਰੈਂਟ ਹੈ? ਨਹੀਂ ਸਰ, ਉਹ ਡਿਫਰੈਂਟ ਡਿਫਰੈਂਟ ਨਸਲ ਹੈ। ਉਹ ਬੱਕਰੀਆਂ ਹੈਵੀ weight ਆਉਂਦੀਆਂ ਲੇਕਿਨ ਉਹਨਾਂ ਦੇ ਨਕੋੜਾ ਨਹੀਂ ਆਉਂਦਾ।
ਜੀ ਉਹ ਹੈਵੀ weight ਬੱਕਰੀਆਂ ਨਕੋੜੇ ਵਾਲੀਆਂ ਨਹੀਂ ਹੁੰਦੀਆਂ। ਇਹ ਸਾਡੇ ਵਾਲੀ ਜਿਹੜੀ ਬਰੀਡ ਹੁੰਦੀ ਇਹ ਨਕੋੜੇ ਵਾਲੀ ਹੁੰਦੀ। ਇਹ ਦੇਖ ਠੀਕ ਹੈ ਜੀ, ਇਹ ਚੈੱਕ ਕਰੋ ਜੀ, ਨਕੋੜਾ ਵਾਕਈ ਚੈੱਕ ਕਰੋ ਜੀ, ਕਾਫੀ ਜ਼ਿਆਦਾ। ਇਹਨਾਂ ਬੱਕਰੀਆਂ ਕੋਲ ਨਕੋੜਾ ਹੁੰਦਾ। ਠੀਕ ਉਹ ਹੈ। ਬੱਕਰੀਆਂ ਹੈਵੀ weight ਹੁੰਦੀਆਂ ਲੇਕਿਨ ਨਕੋੜਾ ਨਹੀਂ ਹੁੰਦਾ। ਬਾਕੀ ਉਹਨਾਂ ਬੱਕਰੀਆਂ ਦੀਆਂ ਕੁਆਲਿਟੀਆਂ ਮੁxtਲਿਫ ਨੇ, ਇਸ ਬਰੀਡ ਦੀਆਂ ਕੁਆਲਿਟੀਆਂ ਮੁxtਲਿਫ ਨੇ ਜੀ। ਮਾਸ਼ਾਅੱਲਾ ਜੀ, ਵੇਖਣਿਆ ਪਏ ਕਿ ਚਰਾਈ ਹੈ ਜਿਹੜੇ ਜਾਨਵਰ ਨੇ ਅੱਛੀ ਕਰਦੇ ਨੇ ਪਏ। ਅਲਹਮਦੁਲਿਲਾ ਚਰਾਈ ਦੇ ਹਵਾਲੇ ਨਾਲ ਠੀਕ ਨੇ ਜਾਂ ਕਿ ਸਾਡਾ ਏਰੀਆ ਜਿਹੜਾ ਇਹ ਸੂਟ ਹੀ ਚਰਾਈ ਦੇ ਹਵਾਲੇ ਨਾਲ ਹੈ। ਠੀਕ ਹੈ, ਸਾਡਾ ਜਾਨਵਰ ਇਹ ਜ਼ਿਆਦਾ ਕਾਮਯਾਬ ਹੀ ਚਰਾਈ 'ਚ ਹੈ। ਠੀਕ ਹੈ, ਕਿੱਲੇ ਤੇ ਇੰਨਾ ਕਾਮਯਾਬ ਹੈ ਜਾਨਵਰ ਨਹੀਂ ਜੀ। ਰਾਜਾ ਸਾਹਿਬ ਮਾਸ਼ਾਅੱਲਾ ਜੀ, ਤੁਹਾਡਾ ਵੀ ਕਾਫੀ ਇਲਮ ਹੈ ਬੱਕਰੀਆਂ ਦੇ ਹਵਾਲੇ ਨਾਲ। ਤੁਸੀਂ ਜਿਹੜੇ ਦੋਸਤ ਵੀਡੀਓ ਵੇਖਦੇ ਨੇ ਪਏ ਉਹਨਾਂ ਨੂੰ ਕੋਈ ਮਸ਼ਵਰਾ ਦੇਣਾ ਚਾਹੋ, ਕੋਈ ਟਿਪਸ ਦੇਣਾ ਚਾਹੋ? ਸਰ ਟਿਪਸ ਕੋਈ ਨਹੀਂ ਦੇਣ ਵਾਲੇ, ਲੇਕਿਨ ਇਹ ਹੈ ਕਿ ਜਿਹੜੇ ਵੀ ਸ਼ੌਕੀਨ ਹਜ਼ਰਾਤ ਨੇ ਉਹਨਾਂ ਨੂੰ ਮੇਰਾ ਇਹ ਪੈਗਾਮ ਹੈ ਕਿ ਅਗਰ ਕੋਈ ਵੀ ਸ਼ੌਕ ਹੈ ਨਾ ਜਿਹੜਾ ਕਰ ਹੀ ਦੇਣ, ਲੇਕਿਨ ਸਭ ਤੋਂ ਬਿਹਤਰ ਸ਼ੌਕ ਹੈ ਜਿਹੜਾ ਉਹ ਬੱਕਰੀ ਦਾ ਸ਼ੌਕ ਹੈ। ਇਹ ਹਜ਼ੂਰ ਸੱਲੱਲਾਹੁ ਅਲੈहि ਵਸੱਲਮ ਦੀ ਸੁਨਨਤ ਵੀ ਹੈ ਤੇ ਇਸ ਨੇ ਵਿੱਚ ਮੁਨਾਫਾ ਵੀ ਹੈ। ਬਿਲਕੁਲ ਜੀ, ਅੱਲਾਹ ਪਾਕ ਬੜਾ ਰਿਜ਼ਕ ਦਿੰਦਾ ਇਨਸ਼ਾਅੱਲਾ ਜੀ। ਅਲਹਮਦੁਲਿਲਾ ਅਮਰ ਸਾਹਿਬ, ਇਹ ਜਿਹੜੀ ਬਰੀਡ ਹੈ ਇਹਨਾਂ ਨੂੰ ਜਿਹੜੀ ਕੋਈ ਬਿਮਾਰੀ ਹੁੰਦੀ ਹੈ, ਜੀ। ਅਗਰ ਕੋਈ ਹੈ ਨੇ ਤੁਹਾਡੇ ਕੋਲ ਦੇਸੀ ਇਲਾਜ ਹੈ ਨੇ ਕੋਈ ਚਾਹੁੰਦੇ ਇੱਕ ਦੋਸਤਾਂ ਨੂੰ ਵਜ਼ਾਹਤ ਕਰ ਦਵੋ। ਸਾਡੇ ਕੋਲ ਅਫਰਾਜ਼ ਭਾਈ ਅਸੀਂ ਇੱਕ ਤੇ ਰਜਿਸਟਰਡ ਵੀ ਹਾਂ ਗਵਰਨਮੈਂਟ ਤੋਂ। ਠੀਕ ਹੈ, ਗਵਰਨਮੈਂਟ ਆਫ ਪੰਜਾਬ ਦੇ ਅਸੀਂ ਰਜਿਸਟਰਡ ਫਾਰਮਰ ਹਾਂ। ਠੀਕ ਹੈ, ਇਹ ਬੇਸ਼ੁਮਾਰ ਲੋਕਾਂ ਨੂੰ ਨਹੀਂ ਪਤਾ ਕਿ ਇਹ ਰਜਿਸਟਰਡ ਫਾਰਮਰ ਹੁੰਦੇ ਕਿਵੇਂ। ਠੀਕ ਹੈ, ਰਜਿਸਟਰਡ ਫਾਰਮਰ ਦਾ ਇਹ ਹੁੰਦਾ ਹੈ ਕਿ ਤੁਹਾਨੂੰ ਗਵਰਨਮੈਂਟ ਤੁਹਾਨੂੰ 2 ਬਰੀਡਰ ਦੀ ਮੰਥਲੀ ਇਨਕਮ ਦਿੰਦੀ ਹੈ। ਠੀਕ ਹੈ, ਲੇਕਿਨ ਅੱਜ ਕੱਲ੍ਹ ਫਿਲਹਾਲ ਸਟਾਪ ਹੋਈ, ਲੇਕਿਨ ਸਾਨੂੰ ਵੈਕਸੀਨ ਉਹ ਸਰਕਾਰੀ ਹੋ ਰਹੀ ਹੈ, ਸਭ ਕੁਝ ਸਰਕਾਰੀ ਹੋ ਰਿਹਾ। ਬਰਾਬਰ ਉਸ ਬੰਦੇ ਸਾਡੇ ਨਾਲ ਰਾਬਤੇ 'ਚ ਰਹਿੰਦੇ ਨੇ, ਡਾਕਟਰ ਜਿਹੜੇ ਨੇ। ਠੀਕ ਹੈ, ਵਕਤਨ ਫਵਕਤਨ ਜਿਹੜਾ ਇਹਨਾਂ ਜਾਨਵਰਾਂ ਦੀ ਵੈਕਸੀਨੇਸ਼ਨ ਹੁੰਦੀ ਨਾ, ਉਹ ਸਾਡੇ ਡਾਕਟਰ ਖੁਦ ਆ ਕੇ ਕਰਦੇ ਨੇ। ਮਤਲਬ ਅਮਲਾ ਕੋਆਪਰੇਟਿਵ ਨੇ ਸਾਡੇ ਨਾਲ ਤੇ ਕੀਪ ਇਨ ਟੱਚ ਰਹਿੰਦਾ ਜੀ। ਬਾਕੀ ਦੇਸੀ ਟੋਟਕੇ ਜ਼ਿਆਦਾਤਰ ਇਹਨਾਂ ਨੂੰ ਜਾਨਵਰਾਂ ਨੂੰ ਸਾੜੂ ਦਾ ਮਸਲਾ ਹੁੰਦਾ ਕਿ ਜਿਹੜਾ ਥਣ ਖਰਾਬ ਹੋ ਜਾਂਦੇ ਨੇ। ਠੀਕ ਹੈ, ਉਹਦੇ 'ਚ ਇਹ ਹੁੰਦਾ ਕਿ ਲਾਲ ਮਿਰਚਾਂ ਕੁੱਟ ਕੇ ਦੇ ਦੇਈਆਂ। ਬਾਕੀ ਛੋਟੇ ਮੋਟੇ ਟੋਟਕੇ ਸਾਡੇ ਆਬਾਓ ਅਜਦਾਦ ਨੇ ਜਿਹੜੇ ਸਾਨੂੰ ਸਮਝਾਏ ਨੇ, ਉਹ ਅੱਲਾਹ ਪਾਕ ਦਾ ਸ਼ੁਕਰ ਹੈ ਅਸੀਂ ਆਪਣੇ ਇਸਤੇਮਾਲ ਕਰ ਲੈਂਦੇ ਹਾਂ। ਤੇ ਸਾਡੇ ਨਾਲ ਬਾਕੀ ਸਾਡਾ ਨੰਬਰ ਸਕਰੀਨ ਤੇ ਮੌਜੂਦ ਹੈ, ਕਿਸੇ ਨੇ ਕੋਈ ਮਸਲਾ ਹੋਵੇ ਤੇ ਅਸੀਂ ਉਹਨੂੰ ਇਨਸ਼ਾਅੱਲਾ ਜੋ ਬਿਹਤਰ ਗਾਈਡ ਕਰਾਂਗੇ। ਸਰ ਬਸ ਇੱਕ ਸਵਾਲ ਆਖਰੀ ਪੁੱਛਾਂ ਦਾ, ਜੀ। ਤੁਸੀਂ ਇਹ ਜਿਹੜਾ ਜ਼ਿਕਰ ਕੀਤਾ ਕਿ ਗਵਰਨਮੈਂਟ ਤੋਂ ਤੁਸੀਂ ਰਜਿਸਟਰ ਹੋ, ਜੀ। ਮੇਰੇ ਇਲਮ 'ਚ ਵੀ ਪਹਿਲੀ ਦਫਾ ਆਇਆ ਹੈ। ਜੀ। ਇਹਦਾ ਜਿਹੜਾ ਕੋਈ ਪ੍ਰੋਸੈਸ ਹੈ, ਇਸ ਤੋਂ ਇਲਾਵਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬਰੀਡਰ ਦੀ ਕੋਈ ਫੀਸ ਹੈ, ਜੀ, ਉਹ ਬਿਲਕੁਲ। ਫਿਕਸ ਹੈ ਜਾਂ ਕਿ ਨਾ ਸਰ, ਹਰ ਇਹ ਜ਼ਿਲ੍ਹੇ ਦੀ breeder ਅਲੱਗ ਹੈ? ਨਾ, ਇਹ ਸਾਡੇ ਕੋਲ ਪੰਜਾਬ ਦੀ ਫੀਸ ਸੀ 600 ਰੁਪਇਆ ਪਰ ਮੰਥ ਪਰ ਬਰੀਡਰ ਮਿਲਦਾ ਹੈ। ਠੀਕ ਹੈ, ਲੇਕਿਨ ਉਸ ਰੇਵੜ ਦੇ ਵਿੱਚ 2 ਬਰੀਡਰ ਮਸਟ ਆ। ਅੱਛਾ ਆਮਰ ਸਾਹਿਬ, ਇਹ ਜਿਹੜਾ ਰਜਿਸਟਰ ਹੁੰਦਾ ਤਰੀਕੇਕਾਰ ਹੈ ਉਹਦੀ ਜ਼ਰਾ ਵਜ਼ਾਹਤ ਕਰ ਦਿਓ। ਸਰ ਇਹ ਗਵਰਨਮੈਂਟ ਦੇ ਜਿਹੜੇ ਡਾਕਟਰ ਨੇ ਉਹ ਵਿਜ਼ਿਟ ਕਰਦੇ ਨੇ ਫਾਰਮ, ਮੁxtਲਿਫ ਫਾਰਮ। ਉਹ ਫਿਰ ਉਹਦਾ ਰਿਜ਼ਲਟ ਕੱਢਦੇ ਨੇ ਕਿ ਕਿਹੜੇ ਬੰਦੇ ਕਿੰਨੇ ਅਰਸੇ ਤੋਂ ਇਹ ਕੰਮ ਕਰ ਰਹੇ ਨੇ। ਉਹ ਉਹਨਾਂ ਨੂੰ ਉਹ ਫਾਰਮ ਆਪਣੇ ਡਾਕਟਰ ਬੇਸ ਤੇ ਰਿਜ਼ਲਟ ਕੱਢਦੇ ਨੇ ਕਿ ਕਿਹੜਾ ਬੰਦਾ ਰਜਿਸਟਰਡ ਹੋਣ ਵਾਲਾ ਹੈ, ਕਿਹੜਾ ਬੰਦਾ ਰਜਿਸਟਰਡ ਨਹੀਂ ਹੋਣ ਵਾਲਾ। ਉਹ ਸਾਰਾ ਡਾਕਟਰ ਤੇ ਡਿਪੈਂਡ ਕਰਦਾ। ਜਿਹੜਾ ਤੁਹਾਡਾ ਵੈਟਰਨਰੀ ਡਾਕਟਰ ਹੁੰਦਾ ਨਾ, ਉਹ ਇੱਕ ਟੀਮ ਆਂਦੀ ਪੂਰੀ, ਉਹ ਸਰਚ ਕਰਕੇ ਜਾਂਦੀ ਕਿ ਕਿੰਨੇ ਅਰਸੇ ਤੋਂ ਇਹ ਬੰਦੇ ਕੰਮ ਕਰ ਰਹੇ ਨੇ। ਜਿਸ ਤਰ੍ਹਾਂ ਹੁਣ ਸਾਡੀ 4ਥੀ ਨਸਲ ਇਸੇ ਕੰਮ ਦੇ ਵਿੱਚ ਜਾ ਰਹੀ, ਤੇ ਸਾਨੂੰ ਸਾਡੇ ਕੋਲ ਆ ਕੇ ਬਕਾਇਦਾ ਸਾਨੂੰ ਉਹਨਾਂ ਨੇ ਰਜਿਸਟਰ ਦਿੱਤਾ ਸੀ। ਜੀ ਜੀ, ਪੂਰਾ ਪ੍ਰੋਸੈਸ ਇੱਕ ਉਹਨਾਂ ਸਾਨੂੰ ਕੀਤਾ, ਪੂਰਾ ਰਜਿਸਟਰ ਦਿੱਤਾ ਕਿ ਕਿੰਨੇ ਜਾਨਵਰ ਤੁਹਾਡੇ ਕੋਲੋਂ ਪੂਰੇ ਮਹੀਨੇ ਦੇ ਵਿੱਚ ਜਿਹੜੇ ਤਾਂ ਉਹ ਜਾਨਵਰ ਕ੍ਰਾਸ ਹੋ ਰਹੇ ਨੇ। ਠੀਕ ਹੈ, ਉਹਦੀ ਪੂਰੀ ਡਿਟੇਲ ਤੁਸੀਂ ਸਾਨੂੰ ਸ਼ੋਅ ਕਰਾਣੀ। ਅਸੀਂ ਫਿਰ ਪੂਰੀ ਡਿਟੇਲ ਸ਼ੋਅ ਕਰਾਉਂਦੇ ਸਾਂ ਤੇ ਬਹੁਤ ਕੋਆਪਰੇਟਿਵ ਨੇ। ਉਸ ਤੋਂ ਬਾਅਦ ਮਹਿਕਮੇ ਦੀ ਖੁਦ ਸਾਨੂੰ ਕਾਲ ਆਂਦੀ, ਉਹ ਇਰਫਾਨ ਹੋਰ ਲੈ ਲੈ। ਠੀਕ। ਅੱਛਾ ਇਹ ਸੇਠ ਸਾਹਿਬ, ਇਸ ਤੋਂ ਇਲਾਵਾ ਪੁੱਛਣਾ ਚਾਹਾਂਗਾ ਕਿ ਮਾਸ਼ਾਅੱਲਾ ਤੁਹਾਡੇ ਰੇਵੜ 'ਚ ਬੱਕਰੀਆਂ ਵੀ ਆਏ ਨੇ, ਜੀ। ਇਸ ਤੋਂ ਇਲਾਵਾ ਜਿਹੜੇ ਕਜਲੇ ਨੇ ਇਹ ਵੀ ਮੌਜੂਦ ਨੇ, ਹਾਂਜੀ। ਇਹਦੀ ਕੀ ਵਜ੍ਹਾ ਹੈ? ਇਹ ਸਰ ਅਸਲ ਬੇਸਿਕਲੀ ਹੈ ਸਾਡੇ ਹੁਣ ਚਾਚੜ ਸ਼ਰੀਫ ਤੋਂ ਵੀ ਅਸੀਂ ਬਿਲੋਂਗ ਕਰਦੇ ਆ ਨਾ, ਅਬਾਵਾ ਦਾਦ ਸਾਡਾ ਚਾਚੜ ਸ਼ਰੀਫ ਹੈ। ਠੀਕ ਹੈ, ਤੇ ਉਹਨਾਂ ਦੀ ਤਰਫੋਂ ਹੀ ਸਾਨੂੰ ਗਿਫਟ ਨੇ। ਠੀਕ ਹੈ। ਸਾਡੇ ਸਸੁਰਾਲੀਏ ਨੇ। ਠੀਕ ਹੈ, ਤੇ ਉਹਨਾਂ ਇਹ ਸਾਨੂੰ ਗਿਫਟ ਕੀਤੇ ਹੋਏ ਨੇ ਤੇ ਇਹ ਫਿਰ ਉਹ ਉੱਥੇ ਵੀ ਕਾਮਯਾਬ ਹੈ। ਇਹ ਹੁਣ ਕੱਕਾ ਬੱਚਾ। ਠੀਕ ਅੱਛਾ। ਹੈ, ਫੁੱਲ ਇਹਦੇ ਹੁਣ ਇਹ ਕਜਲਾ ਨਾ, ਕੱਕਾ ਬੱਚਾ। ਠੀਕ ਠੀਕ ਹੈ, ਕਜਲਾ ਨਹੀਂ ਹੈ, ਇਹ ਕੱਕਾ। ਇਹ ਚੈੱਕ ਕਰੋ ਜੀ ਮਾਸ਼ਾਅੱਲਾ। ਇਹ ਜਿਹੜਾ ਚਾਚੜ ਸ਼ਰੀਫ ਵਾਲੇ ਮਸ਼ਹੂਰ ਹੈ ਨਾ, ਜੀ 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 ਇਹ ਹੋਈ ਨੇ। ਤੁਹਾਡੇ ਵੈਸੇ ਸਰਗੋਦੇ ਦੀ ਆ ਬਰੀਡ ਵੀ ਮੇਰੇ ਖਿਆਲ ਨਾਲ ਫੇਮਸ ਹੈ। ਬਹੁਤ ਜ਼ਿਆਦਾ ਫੇਮਸ ਹੈ। ਠੀਕ ਹੈ। ਹੋਰ ਉਹ ਵੇਖਣ ਜਿਹੜੀ ਉਹ ਫੈਮਿਲੀ ਹੈ ਚਾਚੜ ਸ਼ਰੀਫ ਵਾਲੀ, ਉਹ ਭੇੜਾਂ ਦੇ ਹਵਾਲੇ ਨਾਲ ਤੇ ਬੱਕਰੀਆਂ ਦੇ ਹਵਾਲੇ ਨਾਲ ਅਸੀਂ ਸਾਰੀ ਇੱਕ ਹੀ ਫੈਮਿਲੀ ਆ। ਅਲਹਮਦੁਲਿਲਾ ਅੱਲਾਹ ਪਾਕ ਨੇ ਇੱਜ਼ਤ ਸਾਨੂੰ ਹੀ ਬਖਸ਼ੀ ਹੋਈ ਹੈ। ਮਾਸ਼ਾਅੱਲਾ। ਬੱਕਰੀਆਂ ਦੇ ਹਵਾਲੇ ਨਾਲ ਵੀ ਆਲ ਪਾਕਿਸਤਾਨ ਹੈ ਤੇ ਭੇੜਾਂ ਦੇ ਵੀ ਹਵਾਲੇ ਨਾਲ। ਮਤਲਬ ਸ਼ਾਇਦ ਨਾਦਰ ਹੀ ਕੋਈ ਐਸਾ ਬੰਦਾ ਹੋਏਗਾ ਕਿ ਜਿਹਨੇ ਬੱਕਰੀਆਂ ਦਾ ਸ਼ੌਕ ਕੀਤਾ, ਇਹਨਾਂ ਬੱਕਰੀਆਂ ਦਾ, ਤੇ ਉਹ ਸਾਨੂੰ ਨਹੀਂ ਜਾਣਦਾ, ਕਿ ਸੇਠ ਮੁਹੰਮਦ ਨਵਾਜ਼ ਨੂੰ ਨਾ ਜਾਣਦਾ ਹੋਵੇ, ਤੇ ਜਿਹਨਾਂ ਬੰਦਾ ਅਗਰ ਕਿਸੇ ਭੇੜਾਂ ਦਾ ਸ਼ੌਕ ਕੀਤਾ ਤੇ ਉਹ ਚਾਚੜ ਸ਼ਰੀਫ ਵਾਲਿਆਂ ਨੂੰ ਨਾ ਜਾਣਦਾ ਹੋਵੇ। ਅੱਲਾਹ ਪਾਕ ਦਾ ਇਹ ਸਾਡੇ ਤੇ ਕਰਮ ਹੈ। ਬਿਲਕੁਲ ਜੀ, ਉਹਦੀ ਜ਼ਾਤ ਦਾ ਕਰਮ ਹੈ ਜੀ, ਅਲਹਮਦੁਲਿਲਾ। ਸੇਠ ਸਾਹਿਬ ਹੋਰ ਵੇਖਣ ਵਾਲੇ ਵਾਸਤੇ ਕੋਈ ਪੈਗਾਮ, ਕੋਈ ਮੈਸੇਜ? ਸਰ ਅਸੀਂ ਤੇ ਇਹੀ ਕਹਿੰਦੇ ਆ ਕਿ ਕੰਮ ਕਰੋ, ਸਿੱਧੀ ਨੀਅਤ ਨਾਲ ਕਰੋ।
ठीक है सुन्नत समझ के करो बिल्कुल। अल्लाह पाक इस बेशुमार रिज़्क़ देता इंशाल्लाह ਤੇ ਧੋਖੇ ਫਰਾਡ ਤੋਂ ਬਚਣਾ ਚਾਹੀਦਾ ਜੀ। ਇਹ ਰਾਜਾ ਸਾਹਿਬ ਤੁਸੀਂ ਵੇਖਣ ਵਾਲਿਆਂ ਵਾਸਤੇ ਕੋਈ ਪੈਗਾਮ ਜਾਂ ਮੈਸੇਜ? देखने वाले तो पैगाम ये कि जिस ज़्यादा शौक अपना तकना है, साड़ा शौक वेखना है तो जनाब साड़ा सर सूबा शाह मेला होना है, सर सूबा शाह रावलपिंडी उत्थे जनाब मलक तफूर साहबन साढ़े जेड़ा मेला कराए हैं ते राबता करो इंशाल्लाह टोटाई दा अफसी उसनी ते मेला साढ़े आओ संगी जितने शौकीन हैं मेला वेखो साड़ा इंशाल्लाह। बाद इंशाल्लाह ਤੁਹਾਡਾ ਸ਼ੌਕ ਹੋਰ ਮਜ਼ੀਦ ਵੱਧ ਇਨਸ਼ਾਅੱਲਾ। ਸਕਰੀਨ ਤੇ ਨੰਬਰ ਆ ਰਹੇ ਨੇ ਜੀ। ਸੇਠ ਸਾਹਿਬ ਦਾ ਵੀ ਆ ਰਿਹਾ, ਰਾਜਾ ਸਾਹਿਬ ਦਾ ਵੀ ਆ ਰਿਹਾ। ਮਜ਼ੀਦ ਇਨਫੋਰਮੇਸ਼ਨ ਵਾਸਤੇ ਦੋਸਤ ਰਾਬਤਾ ਕਰ ਲੈਂਦੇ। ਜੀ। ਇਜਾਜ਼ਤ ਲਈਏ ਜੀ ਬੜੀ ਮਿਹਰਬਾਨੀ ਅਫਰਾਜ਼ ਭਾਈ ਜੀ ਅਸੀਂ ਸਰ। ਤੁਹਾਡੇ ਤਾਂ ਦਿਲ ਤੋਂ ਮਸ਼ਕੂਰ ਹਾਂ ਕਰੋਨਾ ਦੀ ਵਜ੍ਹਾ ਤੋਂ ਤੁਸੀਂ ਸਾਡੇ ਕੋਲ ਲੇਟ ਆਏ ਹੋ ਲੇਕਿਨ ਦੇਰ ਆਏ दुरुस्त है। बड़ी बहुत शुक्रिया मेहरबानी। सर, शुक्रिया। जज़ाकल्लाह। थैंक यू जनाब। अल्लाह हाफिज़।